राम वालियां नूं नमस्ते, अल्लाह वालियां नूं सलाम। राम वालियां नूं नमस्ते, अल्लाह वालियां नूं सलाम। राम अल्लाह वाहिगुरू सब एक ने। दोस्तों कबूल करो फिलहाल सिर्फ मेरा ही प्रणाम, दलजीत अटवाल का प्रणाम, पंजाबी स्टार पेज, वर्ल्ड स्टार पेज और चाचा टूडी। मेरे नाल अज बहुत ही प्यारी गैसट साडे घर मेहमान बन के आए हुआ, सो असीं सोचा कि उन्होंने थोड़ी जी गप्पा शप्प लाइए। कई अरसे तो अपने मीडिया तो भी दूर हुए ने, सो उन्होंने मैं एक अद्धी लाइन तुसीं जानते भी हैं, पर हल पहला मैं एक छोटा जिहा शेर पढ़ देवां उन्होंने नाम पे। कई अरसे तो दूर टीवी मीडिया तो दूर, हो सकता कुछ पर्सनली सी मजबूर। कई अरसे तो टीवी मीडिया तो दूर, हो सकता कुछ पर्सनली सी मजबूर। जहाँ तक कुछ बदल गए इस बहुत वधिया कलाकारा दे मूड और दस्तूर। जहाँ तक कुछ बदल गए इस बहुत ही वधिया कलाकारा दे मूड और दस्तूर। फिर एक दिन वापस आना चाहा, फिर हो गए इहो कलाकारा चंद्रे करोने तो मजबूर। इस चंद्रे करोने तो मजबूर। हुण कुछ शायद समा बदल गया, हुण कुछ शायद समा बदल गया। खुल रहा सब कुछ जरूर, खुल रहा सब कुछ जरूर। सो मिलते हैं उस बहुत ही दिल दी सुंदर और देखने नूं भी सुंदर कलाकारा नूं, क्योंकि उस तो पहला उड़ ना जान किधरे मोर। मेरी मुराद है सब दी प्यारी रूप दविंदर कौर। वेलकम 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 थैंक यू सो मच दलजीत जी। हाँ जी, सब तो पहला तो रूप जी तुसीं सानूं दसो तो सारी विच आपां गप्पां शप्पां लाउणियां, तुसीं कुछ की कहा लगे सी? मैं कहण लगी सी कि इन्नी सोहनी शायरी तुसीं कीती कि मेरा मतलब दिल जित लिया। ये तुसीं हुण लिखना भी शुरू कर दित्ता? ਉਹ ਨਹੀਂ ਮੈਂ ਤੁਸੀਂ ਅੱਜ ਟੈਲੀਵਿਜ਼ਨ ਤੇ ਸੀਗੇ, ਮੈਂ ਬੈਠੇ ਬੈਠੇ ਨੇ ਮੈਂ ਕਿਹਾ ਦੋ ਕੁ ਲਾਈਨਾਂ ਲਿਖ ਲੈਂਦਾ, ਮੈਂ ਕਿਹਾ ਜੋੜਦੀਆਂ ਨਹੀਂ ਸੀਗੇ ਪਰ ਜੁੜ ਗਈਆਂ, ਤੁਸੀਂ ਜੋੜ ਲਈਆਂ। ਜੋੜ ਲਈਆਂ। ਚਲੋ ਤੁਹਾਡੇ ਸਾਰੇ ਦਰਸ਼ਕਾਂ ਨੂੰ ਪੰਜਾਬੀ ਸਟਾਰ ਪੇਜ ਤੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਿੱਘੀ ਜਿਹੀ ਪਿਆਰੀ ਜਿਹੀ ਸਤਿ ਸ਼੍ਰੀ ਅਕਾਲ। ਥੈਂਕ ਯੂ ਰੂਪ ਜੀ। ਰੂਪ ਜੀ, ਮੈਂ ਸਭ ਤੋਂ ਪਹਿਲਾਂ ਤੁਸੀਂ ਬਹੁਤ ਦੂਰ ਦੇਰ ਹੋ ਗਈ ਤੁਹਾਨੂੰ ਆਪਣੇ ਮੀਡੀਆ ਦੇ ਦੌਰ ਤੋਂ। ਤੁਸੀਂ ਸਭ ਦੇ ਹਰ ਹਫਤੇ ਤੁਸੀਂ ਸਾਰੀ ਦੁਨੀਆ ਨੂੰ ਮਿਲਦੇ ਸੀ ਅਕਾਲ ਚੈਨਲ ਦੇ ਰਾਹੀਂ, ਹੋਰ ਵੀ ਚੈਨਲਾਂ ਦੇ ਰਾਹ ਪਹਿਲਾਂ ਕਈ ਅਰਸੇ ਤੋਂ ਜੁੜੇ ਰਹੇ ਹਾਂ। ਤੇ ਇਹਦੀ ਮੈਨੂੰ ਲੱਗਦਾ ਤਕਰੀਬਨ ਸਾਲ ਹੀ ਹੋ ਗਿਆ ਤੁਹਾਨੂੰ ਦੂਰ ਹੋਏ ਨੂੰ। ਹਾਂਜੀ, ਸਿਰਫ ਸਾਲ ਹੀ ਹੋਇਆ ਹੈ, ਪਰ ਮੈਨੂੰ ਲੱਗਦਾ ਕਿ ਲੋਕਾਂ ਨੂੰ ਇੰਜ ਲੱਗਦਾ ਕਿ ਜਿਵੇਂ ਬਹੁਤ ਜ਼ਿਆਦਾ ਵਕਤ ਹੋ ਗਿਆ। ਤੇ ਕੁਝ ਮਹੀਨੇ ਵੈਸੇ ਨਾ ਛੁੱਟੀ ਲਈ ਸੀ 2 ਮਹੀਨਿਆਂ ਦੀ, ਪਰ ਉਹ ਐਕਸਟੈਂਡ ਹੁੰਦੀ ਉਹ ਥੋੜੀ ਜਿਹੀ ਜ਼ਿਆਦਾ ਲੰਬੀ ਛੁੱਟੀ ਹੋ ਗਈ। ਫਿਰ ਜਿੱਦਾਂ ਤੁਸੀਂ ਬੋਲਿਆ ਹੈਗਾ ਪਹਿਲਾਂ ਕਿ ਕਰੋਨਾ ਦੇ ਕਰਕੇ ਵੀ ਥੋੜਾ ਜਿਹਾ ਡਿਲੇ ਹੋ ਗਿਆ, ਤੇ ਹੁਣ ਵਾਪਸ ਮੇਰਾ ਜਿਹੜਾ ਪ੍ਰੋਗਰਾਮ ਹੈ ਦੁਬਾਰਾ ਆਨ ਲਾਈਵ ਸ਼ੁਰੂ ਹੋ ਗਿਆ। ਅੱਛਾ ਜੀ, ਤੇ ਹੁਣ ਤੁਸੀਂ ਅੱਜ ਮੈਨੂੰ ਲੱਗਦਾ ਕਿ ਤੁਸੀਂ ਅੱਜ ਕਿਸੇ ਟੀਵੀ ਤੇ ਅੱਜ ਰਿਕਾਰਡਿੰਗ ਕਰਕੇ ਆਏ ਹੋ। ਹਾਂਜੀ, ਪਹਿਲਾਂ ਅਸੀਂ ਇਦਾਂ ਸੋਚਿਆ ਸੀਗਾ ਕਿ ਥੋੜੇ ਲਾਈਵ ਵੀ ਸ਼ੋਅ ਕਰਿਆ ਕਰਾਂਗੇ ਤੇ ਕਦੀ ਵਿੱਚ ਰਿਕਾਰਡਿੰਗਸ ਵੀ ਕਰਿਆ ਕਰਾਂਗੇ, ਤੇ ਅੱਜ ਅਸੀਂ ਰਿਕਾਰਡਿੰਗ ਕੀਤੀ ਹੈ ਜਿਹੜੀ ਕਿ ਸਾਡੇ ਬਹੁਤ ਹੀ ਪਿਆਰੇ ਸੁਰਜੀਤ ਅਟਵਾਲ ਜੀ ਤੇ ਹਰਵਿੰਦਰ ਕੌਰ ਜੀ ਦੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਭੈਣਾਂ ਨੇ। ਉਹ ਤੁਸੀਂ ਪ੍ਰੋਗਰਾਮ ਬੜੀ ਜਲਦੀ ਦੇਖੋਗੇ। ਉਹਦੀਆਂ ਡਿਟੇਲਸ ਜਿਹੜੀਆਂ ਆਪਾਂ ਇਸੇ ਪੇਜ ਦੇ ਉੱਪਰ ਜ਼ਰੂਰ ਪਾ ਦੇਵਾਂਗੇ। ਹਾਂ, ਉਹ ਤਾਂ ਮੈਂ ਸ਼ੇਅਰ ਕਰ ਦੂੰਗਾ, ਤੁਸੀਂ ਜਦ ਦੱਸੋਗੇ ਉਹਦੇ। ਹਾਂਜੀ, ਤੇ ਤੁਸੀਂ ਇੰਨਾ ਚਿਰ ਦੂਰ ਰਹਿ ਕੇ ਸਾਲ ਹੋ ਕੇ ਤੁਸੀਂ ਕਰੋਨਾ ਵਾਇਰਸ ਨੇ ਦੱਸਿਆ, ਚੰਦਰੇ ਕਰੋਨਾ ਵਾਇਰਸ ਨੇ ਸਾਰੀ ਦੁਨੀਆ ਨੂੰ ਹਿਲਾਤਾ। ਤੁਹਾਡੀ ਕੀ ਇਹਦੇ ਬਾਰੇ ਸੋਚ ਆ ਕਿ ਦੁਨੀਆ ਤੇ ਕੀ ਹੋਇਆ? ਕਿਉਂਕਿ ਜਿਸ ਵੇਲੇ ਤੁਸੀਂ ਟੈਲੀਵਿਜ਼ਨ ਆਪਣੇ ਮੀਡੀਆ ਨੂੰ ਛੱਡਿਆ ਸੀ ਉਸ ਵੇਲੇ ਕੋਈ ਇੱਦਾਂ ਦਾ ਕੋਈ ਵਾਇਰਸ ਨਹੀਂ ਸੀਗਾ। ਸੋ ਆਪਣੀ ਪਰਸਨਲੀ ਗੱਲਾਂ ਕਰਕੇ ਤੁਸੀਂ ਦੇਖੋ ਦਲਜੀਤ ਜੀ, ਹਰ ਇੱਕ ਇਨਸਾਨ ਨੂੰ ਨਾ ਸਾਨੂੰ ਕਦੀ ਨਾ ਕਦੀ ਇੱਕ ਬ੍ਰੇਕ ਚਾਹੀਦੀ ਹੁੰਦੀ, ਸਾਨੂੰ ਛੁੱਟੀ ਚਾਹੀਦੀ ਹੁੰਦੀ ਹੈ। ਜਿਵੇਂ ਦਿਨ ਵੀ ਜਿਹੜੇ ਆ ਦਿਨ ਦੇ ਮਤਲਬ 7 ਦਿਨ ਨੇ ਤੇ ਐਤਵਾਰ ਜਿਹੜਾ ਉਹ ਛੁੱਟੀ ਦਾ ਦਿਨ ਹੁੰਦਾ, ਠੀਕ ਹੈ। ਇਸ ਤਰ੍ਹਾਂ ਜਿਹੜਾ ਇਨਸਾਨ ਹੈ ਉਹਨੂੰ ਵੀ ਕਦੀ ਨਾ ਕਦੀ ਛੁੱਟੀ ਦੀ ਜ਼ਰੂਰਤ ਹੁੰਦੀ ਹੈ, ਕੁਝ ਐਨਾਲਿਸਿਸ ਕਰਨ ਨੂੰ ਕਿ ਲਾਈਫ ਕਿੱਧਰ ਨੂੰ ਜਾ ਰਹੀ ਹੈ, ਕਿ ਇਸ ਨੂੰ ਬਿਹਤਰ ਕਿੱਦਾਂ ਬਣਾਇਆ ਜਾ ਸਕਦਾ ਹੈ, ਜਿਹੜਾ ਸ਼ੋਅ ਹੈ ਉਹਨੂੰ ਬਿਹਤਰ ਕਿੱਦਾਂ ਬਣਾਇਆ ਜਾ ਸਕਦਾ ਹੈ। ਮੈਂ ਮਾਈਂਡ ਨਾ ਕਰੇ ਤਾਂ ਤੁਸੀਂ ਛੁੱਟੀ ਵਾਲੇ ਦਿਨ ਨੂੰ ਇੱਥੇ ਸੰਡੇ ਨੂੰ ਆਪਣੀ ਰਿਕਾਰਡਿੰਗ ਕਰਨਾ ਹੁੰਦੀ ਸੀ, ਸੋ ਛੁੱਟੀ ਵਾਲੇ ਦਿਨ ਹੀ ਤੁਹਾਨੂੰ ਮੌਕਾ ਮਿਲਦਾ ਹੁੰਦਾ। ਹਾਂਜੀ, ਹੁਣ ਵੀ ਨਹੀਂ, ਦੂਸਰੇ ਡੇਜ਼ ਦੇ ਵਿੱਚ ਵੀ ਆਉਂਦੇ ਰਹੇ ਆ, ਪਰ ਮੈਂ ਵੈਸੇ ਐਗਜ਼ਾਮਪਲ ਦੇ ਰਹੀ ਹਾਂ ਕਿ ਬੰਦੇ ਨੂੰ ਛੁੱਟੀ ਦੀ ਜ਼ਰੂਰਤ ਹੁੰਦੀ ਹੈ। ਹਾਂਜੀ ਬਿਲਕੁਲ। ਤੇ ਉਹ 7 ਵੈਸੇ ਹੀ ਛੁੱਟੀ ਲਈ ਸੀਗੀ, ਕੋਈ ਉਹਦਾ ਕੋਈ ਹੋਰ ਕਾਰਨ ਨਹੀਂ ਸੀ। ਤੇ ਬਾਕੀ ਤੁਸੀਂ ਕਰੋਨਾ ਦੇ ਬਾਰੇ ਮੈਨੂੰ ਪੁੱਛਿਆ ਹੈਗਾ, ਉਹਦਾ ਮੈਂ ਸਿਰਫ ਇਹੀ ਜਵਾਬ ਦਊਂਗੀ ਕਿ ਜਿਹੜਾ ਇਨਸਾਨ ਹੈ ਨਾ ਅੱਜ ਦੇ ਯੁੱਗ ਦੇ ਵਿੱਚ, ਜਦੋਂ ਕਿ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ,
ਇਨਸਾਨ ਆਪਣੇ ਆਪ ਨੂੰ ਬੜਾ ਮਹਾਨ ਸਮਝਣ ਲੱਗ ਗਿਆ ਕਿ ਮੈਂ ਬਹੁਤ ਵੱਡੀ ਚੀਜ਼ ਆ। ਅੱਛਾ ਜਿਹੜੀ ਇਹ ਕੁਦਰਤ ਹੈ, ਕੁਦਰਤ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੁੰਦੀ। ਇਹ ਸਿਰਫ ਜਿਹੜੀ ਕਰੋਨਾ ਆਈ ਹੈ, ਮੇਰੇ ਹਿਸਾਬ ਨਾਲ ਇਹ ਕੁਦਰਤ ਦਾ ਇੱਕ ਇਨਸਾਨ ਨੂੰ ਸੁਨੇਹਾ ਹੈ ਕਿ ਜਿੰਨੀ ਮਰਜ਼ੀ ਸਾਇੰਸ ਤਰੱਕੀ ਕਰ ਜਾਵੇ, ਤੁਸੀਂ ਜਿੱਥੇ ਮਰਜ਼ੀ ਚੰਦ ਤੇ ਪਹੁੰਚ ਜਾਵੋ, ਪਰ ਜਿਹੜੀ ਕੁਦਰਤ ਹੈ ਇਹ ਬਲਵਾਨ ਹੈ। ਇਹੀ ਸੁਨੇਹਾ ਹੈ ਔਰ ਇਹੀ ਚੀਜ਼ ਜਿਹੜੀ ਹੈ ਸਾਨੂੰ, ਮਤਲਬ ਸਾਡੇ ਪੈਰ ਜ਼ਮੀਨ ਤੇ ਰੱਖਣ ਵਾਸਤੇ, ਕਿ ਜਿਹੜੇ ਅਸੀਂ ਹਵਾਵਾਂ 'ਚ ਉੱਡਦੇ ਆ ਨਾ, ਕਿ ਅਸੀਂ ਇੱਕ ਵੇਲਾ ਇਸ ਤਰ੍ਹਾਂ ਦਾ ਆਇਆ ਸੀਗਾ ਕਿ ਅਸੀਂ ਸਾਰੇ ਅੰਦਰ ਡੱਕ ਹੋ ਗਏ ਤੇ ਜਾਨਵਰ ਬਾਹਰ ਖੁੱਲੇ ਘੁੰਮ ਰਹੇ ਸੀਗੇ। ਬਿਲਕੁਲ ਠੀਕ ਹੈ, ਪਸ਼ੂ ਪੰਛੀ ਜਿਹੜੇ ਜਿਨ੍ਹਾਂ ਨੂੰ ਅਸੀਂ ਬਿਲਕੁਲ ਹੀ, ਇਹ ਜਿਹੜਾ ਪਲੈਨਟ ਹੈ ਇਹ ਸਿਰਫ ਇਨਸਾਨਾਂ ਦਾ ਪਲੈਨਟ ਨਹੀਂ ਹੈਗਾ, ਇਹਦੇ ਵਿੱਚ ਬਾਕੀ 84 ਲੱਖ ਜੂਨਾਂ ਦੀ ਗੱਲ ਕਰਦੇ ਨੇ ਗੁਰਬਾਣੀ ਦੇ ਵਿੱਚ, ਉਹਨਾਂ ਜੂਨਾਂ ਨੂੰ ਅਸੀਂ ਕੁਝ ਸਮਝਿਆ ਹੀ ਨਹੀਂ। ਸੋ ਇਹ ਇੱਕ ਸੁਨੇਹਾ ਕੁਦਰਤ ਦਾ ਹੀ ਹੈ ਕਿ ਇਨਸਾਨ ਜਿਹੜਾ ਉਹ ਕੁਝ ਨਹੀਂ ਹੈਗਾ, ਕੁਦਰਤ ਬਲਵਾਨ। ਜਾਣੀ ਕਿ ਸਾਨੂੰ ਇੱਕ ਲੈਸਨ ਮਿਲ ਗਿਆ, ਪਰ ਇਹਦੇ ਵਿੱਚ ਸਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ। ਤੇ ਸਾਡਾ ਮੈਨੂੰ ਲੱਗਦਾ ਸੀ ਘਰ ਚ ਪਹਿਲਾਂ ਬਾਹਰ ਹੀ ਰਹਿੰਦੇ ਸੀ, ਹੁਣ ਘਰ ਬੈਠ ਕੇ ਆਪਾਂ ਨੂੰ ਮਾਂ-ਬਾਪ ਦੇ ਨਾਲ, ਬੱਚਿਆਂ ਦੇ ਨਾਲ ਥੋੜਾ ਜਿਹਾ ਪਿਆਰ ਵੀ ਵੱਧ ਗਿਆ ਹੋਣਾ। ਇੱਕ ਰੱਬੀ ਸਭ ਕੇ ਹੀ ਆ ਸਾਡੇ ਲਈ, ਹਨਾ? ਹਾਂਜੀ, ਦੇਖੋ ਪਹਿਲਾਂ ਇੱਕ ਟਾਈਮ ਹੁੰਦਾ ਸੀਗਾ ਕਿ ਅਸੀਂ ਘਰ ਬੈਠਣ ਨੂੰ ਤਰਸਦੇ ਸੀ ਵੀ ਫੈਮਿਲੀ ਦੇ ਵਿੱਚ ਬੈਠੀਏ। ਹਾਂਜੀ, ਹੁਣ ਫੈਮਿਲੀ ਦੇ ਵਿੱਚ ਬੈਠ ਕੇ ਬੰਦਾ ਇਹ ਸੋਚਦਾ ਸੀ ਵੀ ਬਾਹਰ ਕਦੋਂ ਜਾਈਏ। ਮਤਲਬ ਜਿਹੜੀ ਚੀਜ਼ ਇਨਸਾਨ ਕੋਲ ਹੁੰਦੀ ਹੈ ਉਸ ਚੀਜ਼ ਦੀ ਕੀਮਤ ਨਹੀਂ ਹੁੰਦੀ, ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੁੰਦੀ ਅਸੀਂ ਉਹਦੇ ਵੱਲ ਦੌੜਨੇ ਆ। ਇਹ ਇੱਕ ਮਨੁੱਖੀ ਫਿਤਰਤ ਹੀ ਰੱਬ ਨੇ ਕੁਝ ਐਸੀ ਬਣਾਈ ਹੋਈ ਹੈ। ਤੇ ਸੋ ਇਹ ਬੜਾ ਇੱਕ ਅਜੀਬ ਜਿਹਾ ਟਾਈਮ ਹੈ, ਪਰ ਇਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ। ਪਰ ਹੁਣ ਦੇਖੋ ਜਾਨਵਰ ਅੱਗੇ ਬੰਦ ਹੁੰਦੇ ਸੀ, ਜਾਨਵਰ ਆਜ਼ਾਦ ਹੋ ਗਏ ਤੇ ਇਨਸਾਨ ਬੰਦ ਰਿਹਾ ਇੰਨਾ ਚਿਰ, ਹਨਾ? ਚਲੋ ਹੁਣ ਹਮੇਸ਼ਾ ਹੀ ਪ੍ਰਾਰਥਨਾ ਕਰੀਦੀ ਹੈ ਕਿ ਕਿ ਇਸ ਟਾਈਮ ਤੋਂ ਨਿਕਲੀ, ਔਖਾ ਟਾਈਮ ਆ। ਕਈ ਵਾਰੀ ਤਾਂ ਕਈ ਦੱਸਦੇ ਆ ਕਿ 100 ਸਾਲ ਬਾਅਦ ਇਦਾਂ ਦਾ ਸਮਾਂ ਆਉਂਦਾ, ਹਨਾ? ਤੇ 100 ਚੱਲ ਇਹ ਸਾਲ ਵੀ ਹੈਪੀ ਨਿਊ ਈਅਰ ਵੀ ਅਸੀਂ ਇਹ ਕਿਹਾ ਸਾਰਿਆਂ ਨੂੰ, ਪਰ ਕਿਸ ਤਰ੍ਹਾਂ ਦਾ ਹੈਪੀ ਨਿਊ ਈਅਰ ਚੜਿਆ। ਸੋ ਦੇਖੋ ਦਲਜੀਤ ਜੀ, ਇਹਦੇ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਤੁਸੀਂ ਜੇ ਕਦੀ ਵੀ ਹਿਸਟਰੀ ਖੋਲ ਕੇ ਦੇਖ ਲਓ, ਜਾਂ ਜਦੋਂ ਤੱਕ ਕਦੇ ਧਰਤੀ ਅੱਗ ਦੇ ਗੋਲੇ ਤੋਂ ਇਹ ਧਰਤੀ ਕਦੇ ਬਣੀ ਹੋਏਗੀ, ਠੀਕ ਹੈ, ਡਾਇਨਾਸੌਰਸ ਦੇ ਜ਼ਮਾਨੇ ਤੋਂ ਲੈ ਕੇ ਜਾਂ ਜਿਹੜਾ ਅਗਾਂਹ ਆਉਣ ਵਾਲਾ ਵੀ ਟਾਈਮ ਹੈਗਾ, ਧਰਤੀ ਦੇ ਉੱਪਰ ਇਹੋ ਜਿਹੀਆਂ ਮੁਸੀਬਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਨੇ ਤੇ ਹੁਣ ਵੀ ਆ ਰਹੀਆਂ ਨੇ, ਆਉਣ ਵਾਲੇ ਟਾਈਮ ਦੇ ਵਿੱਚ ਵੀ ਆਉਣੀਆਂ ਨੇ। ਇਹ ਕਦੀ ਇਦਾਂ ਹੋ ਨਹੀਂ ਸਕਦਾ ਕਿ ਮਹਾਮਾਰੀਆਂ ਵੀ ਆਉਣੀਆਂ ਨੇ, ਇਨਸਾਨਾਂ ਨੇ ਜੰਮਣਾ ਵੀ ਹੈ, ਮਰਨਾ ਵੀ ਹੈ। ਇਹ ਇੱਕ ਐਸੀ ਇੱਕ ਰੱਬ ਦੀ ਮਤਲਬ ਇਹ ਖੇਡ ਹੈ ਜਿਹੜੀ ਕਿ ਇਹ ਚੱਲਦੀ ਰਹਿਣੀ ਹੈਗੀ ਹੈ। ਔਰ ਇਸੇ ਤਰ੍ਹਾਂ ਹੀ ਪਰ ਸਾਨੂੰ ਇਨਸਾਨਾਂ ਨੂੰ ਇਹ ਹੈਗਾ ਕਿ ਅਸੀਂ ਉਸ ਪਰਮ ਸ਼ਕਤੀ ਨੂੰ ਕਦੇ ਨਾ ਭੁੱਲੀਏ ਔਰ ਪ੍ਰਾਰਥਨਾ ਕਰੀਏ ਕਿ ਸਭ ਕੁਝ ਜਿਹੜਾ ਉਹ ਠੀਕ ਠਾਕ ਨੋਰਮਲ ਦੁਆਰਾ ਹੋ ਜਾਵੇ। ਇਹੀ ਅਸੀਂ ਕਰ ਸਕਦੇ ਹਾਂ। ਹਾਂਜੀ ਰੂਪ ਜੀ, ਆਪਣਾ ਚਲ ਕਰੋਨਾ ਵਾਇਰਸ ਤੋਂ ਥੋੜਾ ਜਿਹਾ ਦੂਰ ਹੋ ਕੇ, ਹਾਂਜੀ ਮੈਂ ਦੋਸਤੋ ਤੁਹਾਨੂੰ ਦੱਸਦਾ ਜਾਵਾਂ ਕਿ ਅਸੀਂ ਉਲਟੀ ਕੁਰਸੀ ਤੇ ਅੱਜ ਬੈਠੇ ਹਾਂ। ਨਾਰਮਲੀ ਕੋਈ ਨਾ ਕੋਈ ਦੁਨੀਆ ਦੇ ਸਭ ਤੋਂ ਵੱਡੇ ਕਲਾਕਾਰ, ਗੁਰਦਾਸ ਮਾਨ, ਜਿਹੜਾ ਵੀ ਤੁਸੀਂ ਨਾਮ, ਕੋਈ ਐਸਾ ਕਲਾਕਾਰ ਹੋਊਗਾ ਜਿਨ੍ਹਾਂ ਨੇ ਰੂਪ ਜੀ ਉਹਨਾਂ ਨੇ ਨਹੀਂ ਇੰਟਰਵਿਊ ਕੀਤੀ। ਤੇ ਮੈਂ ਹੋਈ ਦੱਸਣ ਲੱਗਾ, ਸਾਡੇ ਵਰਗੇ ਨਿਮਾਣੇ ਜਿਹੇ ਨੂੰ ਵੀ, ਪਰ ਸਾਡੇ ਵਰਗੇ ਨਿਮਾਣਿਆਂ ਜਿਹੇ ਨੂੰ ਵੀ ਕਦੀ ਮਹਿਸੂਸ ਨਹੀਂ ਹੋਇਆ, ਹੋਣ ਦਿੱਤਾ ਵੀ ਨਹੀਂ ਕਿ ਤੂੰ ਗੁਰਦਾਸ ਮਾਨ ਨਹੀਂ ਹੈਗਾ, ਤੂੰ ਵੱਡਾ ਨਹੀਂ ਹੈਗਾ। ਉਹੀ ਕੁਰਸੀ ਤੇ ਬਿਠਾ ਕੇ ਬਰਾਬਰ ਉਹੀ, ਪਰ ਪਤਾ ਨਹੀਂ ਕਿਸ ਤਰ੍ਹਾਂ ਇਹ 30 ਮਿੰਟ ਦਾ ਪ੍ਰੋਗਰਾਮ ਹੁੰਦਾ, ਉਹਦੇ ਵਿੱਚ ਸਾਰਾ ਹੀ ਨਿੰਬੂ ਨਿਚੋੜ ਦਿੰਦੇ ਸਾਰੇ ਕਲਾਕਾਰ ਦੀ। ਇਹ ਆਪਣੇ ਲਈ ਨਹੀਂ ਕਰਦੇ, ਇਹ ਆਪਣੇ ਕਲਾਕਾਰ ਨੂੰ ਅੱਗੇ ਵਧੇ। ਮੇਰੀ ਤਾਂ ਵੀ ਦੋਸਤੋ ਵੀ ਮੇਰੀ ਤਾਂ ਬਹੁਤ ਹੀ ਹੈਲਪ ਹੋਈ। ਮੇਰੇ ਪੁੱਛਣਾ ਗਿਆ ਸੀ ਕਿਉਂਕਿ ਜਿੱਥੇ ਦੇ ਮੇਰੀ ਫੀਲਿੰਗ ਆ ਰੂਪ ਜੀ ਕਿ ਜਿਹੜੇ ਆਰਟਿਸਟ ਆ, ਅਸੀਂ ਕੁਦਰਤੀ ਪਤਾ ਨਹੀਂ ਕਿਹੜੀ ਗੱਲ ਕਰਕੇ ਅਸੀਂ ਇੱਕ ਦੂਜੇ ਤੋਂ ਧੱਕਾ ਮਾਰ ਕੇ ਅੱਗੇ ਹੋਈ ਜਾਂਦੇ ਹਾਂ। ਹਾਲਾਂਕਿ ਸਾਡੇ ਕੋਲ ਕਲਾ ਇੰਨੀ, ਯਾਨੀ ਕਿ ਗੁਰਦਾਸ ਮਾਨ ਗਰਜਾ ਵਗੈਰਾ ਹੋਰ ਬਹੁਤ ਕਲਾਕਾਰ ਆ, ਸਾਡੀ ਇੰਨੀ ਕਲਾ ਹੈ ਵੀ ਨਹੀਂ ਹੈਗੀ, ਫਿਰ ਵੀ ਅਸੀਂ ਧੱਕਾ ਮਾਰੀ ਜਾਂਦੇ ਹਾਂ। ਪਰ ਰੂਪ ਜੀ ਕੀ ਕਰਦੇ ਆ, ਸਾਰੇ ਕਲਾਕਾਰਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਇਹਨਾਂ ਦਾ ਮੈਂ ਬਹੁਤ ਧੰਨਵਾਦ ਤੁਹਾਡਾ ਕਰਦਾ ਰੂਪ ਜੀ ਕਿ ਤੁਸੀਂ ਸਾਰੇ ਕਲਾਕਾਰਾਂ ਨੂੰ ਇੰਨਾ ਮੌਕਾ ਦਿੰਦੇ, ਕਿਸੇ ਨਾਲ ਫਰਕ ਨਹੀਂ ਪਾਉਂਦੇ, ਨਾ ਬੜੇ ਨਾ ਛੋਟੇ ਨਾ, ਜੇ ਕਿੱਦਾਂ ਵੀ। ਨਹੀਂ ਤਾਂ ਆਮ ਤੌਰ 'ਤੇ ਹੁੰਦਾ ਕਿ ਮੈਂ ਨਹੀਂ ਇਹਦੀ ਇੰਟਰਵਿਊ ਕਰਨੀ, ਇਹ ਤਾਂ ਹਾਲ ਕੋਈ ਦਾ ਕੋਈ ਗਾਣਾ ਵੀ ਨਹੀਂ ਨਿਕਲਿਆ। ਇਹ ਤੁਹਾਡਾ ਵੱਡਾਪਣ ਹੈ, ਇਹ ਤੁਹਾਡਾ ਵੱਡਾਪਣ ਹੈ ਕਿ ਤੁਸੀਂ ਇਸ ਤਰ੍ਹਾਂ ਸੋਚਦੇ ਹੋ। ਤੇ ਬਾਕੀ ਸਾਂਝੀਵਾਲਤਾ ਦੀ ਗੱਲ ਅਸੀਂ ਕਰਨੀ ਹੈ, ਇਕੁਆਲਿਟੀ ਦੀ ਗੱਲ ਕਰਨੀ ਹੈ। ਤੇ ਕਹਿੰਦੇ ਨੇ ਜਿਹੜਾ ਸੁਨੇਹਾ ਅਸੀਂ ਦੇਣਾ ਉਹ ਪਹਿਲਾਂ ਸਾਨੂੰ ਆਪ ਕਰਕੇ ਵੀ ਦਿਖਾਉਣਾ ਪਏਗਾ। ਕੋਈ ਵੱਡਾ ਛੋਟਾ ਨਹੀਂ ਹੁੰਦਾ, ਇਨਸਾਨ ਕਲਾਕਾਰ ਸਾਰੇ ਜਿਹੜੇ ਆ ਉਹ ਆਪਣੇ ਥਾਂ ਤੇ ਸਾਰੇ ਵੱਡੇ ਹੁੰਦੇ ਨੇ। ਹਾਂਜੀ, ਪਰ ਰੂਪ ਜੀ ਮੈਂ ਵੀ ਇਨਸਾਨ ਦੇ ਵਿੱਚ ਹੀ ਹੁੰਦੀ ਹੈ।
ਉਹੀ ਮੈਂ ਦੱਸਣਾ ਚਾਹੁੰਦਾ ਕਿ ਤੁਹਾਡੇ 'ਚ ਇਦਾਂ ਦੀ ਮੈਂ ਨਹੀਂ ਹੈਗੀ ਕਿ ਤੁਸੀਂ ਮੈਂ ਬੜੇ ਕਲਾਕਾਰਾਂ ਦੀ ਇੰਟਰਵਿਊ ਕਰਨੀ ਹੈ, ਤੁਸੀਂ ਸਾਰੇ ਕਲਾਕਾਰਾਂ ਦੀ ਇੰਟਰਵਿਊ ਕੀਤੀ ਹੈ। ਖੈਰ ਇਹ ਤਾਂ ਸ਼ਾਇਦ ਛੋਟੀ ਜਿਹੀ ਮੈਂ ਦੱਸਣਾ ਚਾਹੁੰਦਾ ਸੀਗਾ ਕਿ ਅਸੀਂ ਸਾਡੀਆਂ ਕੁਰਸੀਆਂ ਬਦਲ ਗਈਆਂ। ਅੱਜ ਰੂਪ ਜੀ ਹੁਣਾਂ ਦੇ ਘਰ 'ਚ ਹੈ, ਸੋ ਇਹਨਾਂ ਦੇ ਹਮੇਸ਼ਾ ਸਾਰੀ ਇੰਟਰਵਿਊ ਕਲਾਕਾਰਾਂ ਦੀ ਕਰਦੇ ਆ। ਤੋਂ ਅੱਜ ਅਸੀਂ ਥੋੜ੍ਹੇ ਜਿਹੇ ਜੋ ਕਰੋਨਾ ਵਾਇਰਸ ਨੂੰ ਪਿੱਛੇ ਹਟ ਕੇ ਵਾਪਸ ਰੂਪ ਹੁਣੀ ਆਏ ਹੈ ਟੈਲੀਵਿਜ਼ਨ 'ਚ। ਸੋ ਮੈਂ ਬਹੁਤ ਵਧਾਈ ਦੇਣਾ ਚਾਹੁੰਦਾ, ਵੈਲਕਮ ਬੈਕ ਟੂ TV ਮੀਡੀਆ, ਬੈਸਟ ਆਫ ਲੱਕ ਉਹਦੇ ਬਾਰੇ। ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਚਾਹੇ ਤੁਸੀਂ ਜਦ UK ਤੇ ਆਏ ਜਾਂ ਜੇ ਪਿੱਛੇ ਨੂੰ ਚਲ ਜਾਈਏ, ਜੇ ਤੁਸੀਂ ਆਪਣੇ ਥੋੜ੍ਹਾ ਜਿਹਾ ਆਪਣੇ ਤੁਹਾਡੇ ਪਿੱਛੇ ਦੀ ਜਾਣਕਾਰੀ ਕਰੀਏ, ਤੁਸੀਂ ਪੰਜਾਬ ਦੇ ਬੋਰਨ ਹੋ, ਹਾਂਜੀ ਠੀਕ ਹੈ, ਜਲੰਧਰ ਸਾਈਡ ਤੋਂ ਹੈ ਨਾ? ਬਿਲਕੁਲ, ਜਲੰਧਰ ਦੇ ਵਿੱਚ ਪਿੰਡ ਜਮਾਲਪੁਰ, ਠੀਕ ਹੈ ਜੀ, ਛੋਟਾ ਜਿਹਾ ਪਿੰਡ ਹੈ। ਤੁਸੀਂ ਰੂਪ ਜੀ ਕਿੰਨੇ ਬ੍ਰਦਰਸ ਐਂਡ ਸਿਸਟਰ ਸੀਗੇ? ਅਸੀਂ 4 ਬ੍ਰਦਰ ਸਿਸਟਰ ਹੈਗੇ। ਆਮ ਨੰਬਰ 1, 2 ਮੇਰੀਆਂ ਹੋਰ ਭੈਣਾਂ ਨੇ। ਤੁਸੀਂ ਓਲਡੈਸਟ ਹੋ? ਮੈਂ ਓਲਡੈਸਟ ਹਾਂ। ਅਸੀਂ 3 ਭੈਣਾਂ ਤੇ 1 ਭਰਾ। ਭਰਾ ਸਭ ਤੋਂ ਛੋਟਾ ਹੈ। ਅੱਛਾ ਜੀ। ਤੁਹਾਡਾ ਸੁਭਾਅ ਕਿਹੋ ਜਿਹਾ? ਤੁਸੀਂ ਆਪਣੇ ਤੁਸੀਂ ਵੱਡੇ ਸੀਗੇ ਤਾਂ ਤੁਸੀਂ ਬੋਲੀ ਕੁੱਟਦੇ ਮਾਰਦੇ ਵੀ ਹੋਗੇ ਛੋਟਿਆਂ ਨੂੰ ਆਪਣੇ? ਦੇਖੋ, ਜਦੋਂ ਸਿਚੁਏਸ਼ਨ ਦਾ ਫਾਇਦਾ ਤਾਂ ਲੈਣਾ ਚਾਹੀਦਾ ਕਿ ਅੱਛਾ, ਥੋੜਾ ਬਹੁਤਾ ਵੱਡੇ ਹੋਣ ਦਾ ਰੋਬ ਜਿਹੜਾ ਉਹ ਤਾਂ ਫਿਰ ਹੋਣਾ ਹੀ ਚਾਹੀਦਾ। ਤੁਸੀਂ ਥੋੜੇ ਜਿਹਾ ਸ਼ਰਾਰਤੀ ਸੀ ਤੁਸੀਂ? ਨਹੀਂ, ਤੁਸੀਂ ਬਾਕੀ ਮੇਰੇ ਭੈਣਾਂ ਭਰਾਵਾਂ ਨੂੰ ਪੁੱਛ ਸਕਦੇ ਹੋ ਕਿ ਥੋੜਾ ਬਹੁਤਾ। ਨਹੀਂ, ਮੈਂ ਤੁਹਾਨੂੰ ਪੁੱਛ ਰਿਹਾ ਨਾ, ਕਿ ਤੁਸੀਂ ਕੁੱਟਦੇ ਮਾਰ, ਤੁਸੀਂ ਬੜੇ ਹੋਣ ਦੇ ਨਾਤੇ ਥੋੜਾ ਰੂਬ ਵੀ ਪਾਉਂਦੇ ਹੋਣਗੇ। ਵੈਸੇ ਮੈਂ ਤੁਹਾਨੂੰ ਸੱਚਾਈ ਦੱਸਦੀ ਹਾਂ ਕਿ ਉਹ ਤੁਹਾਡੇ ਤੇ ਰੋਬ ਪਾਉਂਦੇ। ਮੈਂ ਤੁਹਾਨੂੰ ਸੱਚਾਈ ਦੱਸਦੀ ਹਾਂ ਕਿ ਤਕਰੀਬਨ 15, 16, 17 ਸਾਲ ਦੀ ਏਜ ਤੱਕ ਹਾਂਜੀ ਮੇਰੇ ਮੂੰਹ ਦੇ ਵਿੱਚ ਜ਼ੁਬਾਨ ਨਹੀਂ ਹੁੰਦੀ ਸੀ। ਤੁਸੀਂ ਇਹ ਬਲੀਵ ਅੱਜ ਨਹੀਂ ਕਰ ਸਕਦੇ। ਮੈਂ ਬਹੁਤ ਹੀ ਜ਼ਿਆਦਾ ਸ਼ਰਮਾਕਲ ਔਰ ਬਹੁਤ ਹੀ, ਜਿੱਦਾਂ ਕਹ ਲਓ, ਧੀਰਾ ਨਹੀਂ ਬੰਦਾ ਹੁੰਦਾ, ਬਹੁਤ ਹੌਲੀ ਹੌਲੀ ਗੱਲ ਕਰਨ। ਮੈਂ ਇਦਾਂ ਦੀ ਇਨਸਾਨ ਹੁੰਦੀ ਸੀ, ਮੇਰੇ ਵਿੱਚ ਕੌਨਫੀਡੈਂਸ ਨਾਮ ਦਾ ਕੋਈ। ਇਹ ਗੱਲ ਫਿਰ ਮੈਂ ਤੁਹਾਡੇ ਬ੍ਰਦਰ ਜਦ ਮਿਲੂਗੇ ਉਹਨਾਂ ਨੂੰ ਪੁੱਛੂਗਾ ਵੀ ਬਾਕੀ ਸਹੀ ਹੈ ਕਿ ਤੁਸੀਂ ਆਪਣੇ ਆਪ ਹੀ ਕਰ ਰਹੇ ਹੋ? ਪੁੱਛ ਸਕਦੇ ਹੋ। ਅੱਛਾ ਜੀ, ਅੱਛਾ। ਤੁਸੀਂ ਦੇਖੋ, ਬਹੁਤ ਮੈਨੂੰ ਪਤਾ ਤੁਸੀਂ ਇੱਕ ਸ਼ੁਕਰ ਰੁਸਤਮ ਆ, ਤੁਹਾਡੇ ਕੋਲ ਕੱਲਾ ਮੀਡੀਆ ਦੂਜਾ ਨਹੀਂ ਹੈਗਾ ਕਿ ਤੁਸੀਂ TV ਰੇਡੀਓ 'ਚ ਵੀ ਰਹੇ ਆ, ਤੁਹਾਨੂੰ ਡਾਂਸਿੰਗ ਸਕਿੱਲਸ ਵੀ ਹੈਗੇ ਆ। ਤੁਸੀਂ ਜਿੱਥੇ ਤੱਕ ਉਸ ਵੇਲੇ ਆਪਾਂ ਜਾਣਦੇ ਨਹੀਂ ਸੀ, ਇੱਕ ਦੂਜੇ ਨਾਲ ਰੂਬਰੂ ਨਹੀਂ ਹੋਏ ਸੀਗੇ, ਤੁਸੀਂ ਜਦ UK 'ਚ ਆਏ ਸੀ, ਤੁਸੀਂ ਕੋਈ ਮੈਨੂੰ ਜਿੱਥੇ ਤੇ ਖਿਆਲ ਆ ਕੋਈ ਉਹਦਾ ਥੋੜ੍ਹੀ ਰੋਸ਼ਨੀ ਪਾਓ, ਤੁਸੀਂ ਕੋਈ ਡਾਂਸਿੰਗ ਕੋਈ ਜਾਂ ਕੋਈ ਕੰਪੀਟੀਸ਼ਨ ਹੋਈ ਸੀ ਜਿੱਥੇ ਤੁਸੀਂ ਕੁਦਰਤੀ ਮਿਹਨਤ ਕਰ ਲਿਆ, ਤੁਸੀਂ ਉੱਦਾਂ ਹੀ ਹਾਸੇ ਭਾਣੇ ਨਾਲ ਐਂਟਰ ਕੀਤਾ and you won that? What was that about? Yes, that was a Bhangra Queen title. I Bhangra became Queen, sorry, then yaad bhul gaya. Bhangra Queen 1995. 1995. ਉਹਨਾਂ ਦਿਨਾਂ ਦੇ ਵਿੱਚ ਇੱਕ ਕਹਿ ਲਓ, ਜੋ ਮੈਨੂੰ ਆਪਣੀ ਜਿਹੜੀ ਫੀਲਿੰਗ ਹੈਗੀ ਹੈ ਕਿ 20-21 ਸਾਲ ਦੀ ਲੜਕੀ ਵਿਆਹ ਕਰਾ ਕੇ ਇੰਗਲੈਂਡ ਪਹੁੰਚ ਜਾਂਦੀ ਹੈ, ਤੇ ਜਿਹਦੇ ਉੱਥੇ ਇੰਡੀਆ ਦੇ ਵਿੱਚ ਤੁਹਾਡੇ ਸਾਰੇ ਤੁਹਾਨੂੰ ਜਾਣਦੇ ਆ, ਤੁਸੀਂ ਕਿਹਦੀ ਪੋਤਰੀ ਹੋ, ਤੁਸੀਂ ਕਿਹਦੀ ਧੀ ਹੋ, ਕੌਣ ਤੁਹਾਡਾ ਚਾਚਾ ਹੈ ਤੇ ਕੌਣ ਤੁਸੀਂ ਹੋ, ਤੁਹਾਡੀ ਸਾਰੀ ਪਹਿਚਾਣ ਹੁੰਦੀ ਹੈ। ਤੇ ਤੁਹਾਡੀ ਆਪਣੀ ਖੁਦ ਦੀ ਵੀ ਪਹਿਚਾਣ ਹੈ ਕਿ ਕਿਉਂਕਿ ਕਾਲਜ ਦੇ ਵਿੱਚ ਅੱਛਾ ਮੈਂ ਪਰਫਾਰਮ ਵੀ ਕਰਦੀ ਰਹੀ ਹਾਂ। ਫਿਰ ਤੁਸੀਂ ਇੱਥੇ ਆਉਂਦੇ ਹੋ, ਤੁਸੀਂ ਗਲੀ 'ਚ ਜਾਂਦੇ ਹੋ, ਤੁਹਾਨੂੰ ਕੋਈ ਨਹੀਂ ਪਹਿਚਾਣਦਾ, ਤੁਸੀਂ ਇੱਕ ਬਿਲਕੁਲ ਤੁਹਾਡੀ ਕੋਈ ਪਹਿਚਾਣ ਨਹੀਂ, ਮਤਲਬ ਤੁਸੀਂ ਗੁੰਮ ਹੋ ਜਾਂਦੇ ਹੋ। ਇੱਕ ਚਮਕਦੀ ਮਤਲਬ ਜਿਹੜੀ ਦੁਨੀਆ ਉਹਦੇ ਵਿੱਚ ਆ ਕੇ ਗੁੰਮ ਹੋ ਗਏ ਤੁਸੀਂ। ਜ਼ਾਹਿਰ ਹੈ ਤੁਸੀਂ ਜਦ ਇਸ UK ਦੇ ਵਿੱਚ ਤੁਸੀਂ ਆਪਣੀ ਵਿਆਹ ਕਰਕੇ ਇੱਥੇ ਵਿਆਹ ਕਰਕੇ ਇੱਥੇ ਆ ਕੇ ਵਿਆਹ ਕੀਤਾ? ਨਹੀਂ, ਉੱਥੇ ਵਿਆਹ ਹੋ ਗਿਆ ਸੀਗਾ। ਹਾਂਜੀ, ਇੱਥੇ ਸਾਡੀ ਕੋਈ ਫੈਮਿਲੀ ਨਹੀਂ ਸੀਗੀ, ਸੋ ਮੈਂ ਬੜਾ ਜਿੱਦਾਂ ਗਵਾਚ ਜਿਹਾ ਨਹੀਂ ਜਾਂਦਾ ਇਨਸਾਨ। ਤੇ ਫਿਰ ਉਸ ਟਾਈਮ ਤੇ ਉਦੋਂ ਇੱਕ ਰੇਡੀਓ ਸੀ ਆਪਣਾ, ਸਨਰਾਈਜ਼ ਰੇਡੀਓ, ਉਹਨਾਂ ਨੇ ਕਿਹਾ ਵੀ ਅਸੀਂ ਭੰਗੜਾ ਕੁਈਨ ਕੰਪੀਟੀਸ਼ਨ ਕਰਾਉਣਾ। ਤੇ ਮੈਂ ਇੱਕ ਦਿਨ ਬੈਠੀ ਸੋਚੀ ਕਿ ਚੱਲ ਮੈਂ ਵੀ ਕੰਪੀਟੀਸ਼ਨ 'ਚ ਭਾਗ ਲੈ ਲੈਂਦੀ ਹਾਂ। ਜਦੋਂ ਮੈਂ ਉੱਥੇ ਗਈ, ਆਪਣੇ ਲੰਡਨ ਐਕਨੋਕਸ ਹਾਲ ਸੀਗਾ, ਤੇ ਉੱਥੇ 50 ਕੁੜੀਆਂ ਨੇ ਪਾਰਟਿਸਿਪੇਟ ਕੀਤਾ, ਤੇ ਮੈਂ ਉਹਨਾਂ ਕੁੜੀਆਂ ਵੱਲ ਵੇਖਿਆ, ਬੜਾ ਉਹਨਾਂ ਨੇ ਫੈਸ਼ਨ ਕੀਤੇ, ਬੜੀਆਂ ਸੋਹਣੀਆਂ ਲੱਗਣ। ਮੈਂ ਸਿੰਪਲ ਜਿਹੀ ਕਾਲਾ ਸੂਟ ਪਾਇਆ, ਪੰਜਾਬਣ ਬਿਲਕੁਲ, ਤੇ ਮੈਂ ਕਿਹਾ ਨੋ ਚਾਂਸ। ਪਰ ਉਹਨਾਂ 50 ਵਿੱਚੋਂ 10 ਕੁੜੀਆਂ ਚੂਜ਼ ਕੀਤੀਆਂ, 10 ਚੋਂ 5, 5 ਚੋਂ 3, 3 ਚੋਂ 2, 2 ਚੋਂ I became ਭੰਗੜਾ ਕੁਈਨ। ਮੈਂ ਬਸ ਸੋਚਿਆ ਵੀ ਨਹੀਂ ਸੀ ਕਦੀ। ਤੁਸੀਂ ਸੋਚਿਆ ਨਹੀਂ ਸੀਗਾ? ਕਦੀ ਵੀ ਨਹੀਂ ਸੋਚਿਆ। ਇਹ ਕੰਪੀਟੀਸ਼ਨ ਸਲੋ ਪ੍ਰੋਗਰੈਸ ਸੀ ਕਿ ਇੱਕ ਦਿਨ 'ਚ ਮੁੱਕ ਗਈ? ਇੱਕ ਦਿਨ ਦੇ ਵਿੱਚ ਹੀ ਸਾਰਾ ਇਹ ਪ੍ਰੋਗਰਾਮ ਸੀਗਾ। ਪਹਿਲਾਂ ਤੇ ਉਹਨਾਂ ਨੇ 50 ਦੀਆਂ 50 ਲੜਕੀਆਂ ਨੂੰ, ਇਮੇਜਿਨ ਕਰੋ ਕਿ I was very young at that time। ਠੀਕ ਹੈ। 50 ਦੀਆਂ 50 ਲੜਕੀਆਂ ਨੂੰ, ਵਿੱਚ 5-7 ਉਹ ਜੱਜਿਸ ਸੀਗੇ ਜਿਹੜੇ ਕਿ ਸਟੇਜ ਦੇ ਉੱਪਰ ਘੁੰਮ ਫਿਰ ਕੇ ਦੇਖ ਰਹੇ ਸੀਗੇ ਕਿ ਕੌਣ ਅੱਛਾ ਡਾਂਸ ਕਰ ਰਹੀ ਹੈ। ਠੀਕ ਹੈ। ਤਾਂ ਫਿਰ ਮੈਨੂੰ ਇਹ ਸੀਗਾ ਕਿ 50 ਚੋਂ ਮੈਂ ਨਿਕਲ ਜਾ, ਫਿਰ ਬਾਅਦ ਵੇਖ ਲਾਂਗੀ। ਅੱਛਾ, ਕੀ ਅਵਾਰਡ ਦਾ ਕੀ ਨਾਮ ਸੀਗਾ? ਭੰਗੜਾ ਕੁਈਨ 1995। ਉਸ ਟਾਈਮ ਦੇ ਵਿੱਚ, ਅੱਜ ਤੋਂ ਹੁਣ ਤੁਸੀਂ ਕਿੰਨੇ ਸਾਲ ਪਹਿਲਾਂ ਦੀ ਗੱਲ ਕਰ ਲਓ, 25-26 ਸਾਲ ਪਹਿਲਾਂ, ਉਸ ਟਾਈਮ ਤੇ ਇੰਡੀਆ ਦੀ ਟਿਕਟ ਮਿਲਣੀ ਸੀ ਇਨਾਮ ਦੇ ਵਿੱਚ, ਤੇ ਨਾਲ 200 ਪਾਉਂਡ ਸਪੈਂਡਿੰਗ ਮਨੀ।
That's a lot. That was a lot at that time. So Very well I done. won that. I ਬਹੁਤ won that ਵਧਾਈਆਂ। ticket to India and I won. ਮੈਨੂੰ ਯਾਦ ਨਹੀਂ ਸੀ ਆ ਰਿਹਾ, ਪਰ ਮੈਨੂੰ ਇੰਨਾ ਪਤਾ ਸੀਗਾ ਕਿ ਕੋਈ ਸੀਗੀ ਕੰਪੀਟੀਸ਼ਨ ਜਿਹੜੀ ਤੁਸੀਂ ਜਿੱਤੀ ਸੀ, ਕਿਉਂਕਿ ਆਪਾਂ I was ਜਾਣਦੇ ਨਹੀਂ ਸੀ। I was in all that ਜਿਹੜੇ newspaper ਸੀਗੇ front page ਤੇ ਉਹਨਾਂ ਨੇ ਮੇਰੀ ਪਿਕਚਰ ਲਗਾਈ ਸੀਗੀ। ਇੱਥੇ ਰੂਪ ਜੀ ਤੁਹਾਡੇ ਆਪਣੇ ਇਨ-ਲॉज ਦੇ ਵਗੈਰਾ ਤੁਹਾਡੀ ਸਾਈਡ ਤੋਂ ਤੁਹਾਡੇ ਹਸਬੰਡ ਕਿੱਦਾਂ ਤੁਹਾਡੇ ਨਾਲ ਖੁਸ਼ ਸੀਗੇ ਕਿ ਤੁਸੀਂ ਬਾਹਰ ਜਾਓ ਆਪਣੇ ਤੁਸੀਂ ਜਿਹੜੇ ਅਵਾਰਡਸ ਦਿੱਤੇ ਆ ਆਪਣੇ ਹੈ ਨਾ, ਇਹ ਕਿੱਦਾਂ ਤੁਹਾਨੂੰ ਸਪੋਰਟ ਮਿਲਦੀ ਮੇਰੀ ਫੈਮਿਲੀ ਦੀ ਮੈਨੂੰ ਬਹੁਤ ਸਪੋਰਟ ਰਹੀ ਹੈ, ਬਹੁਤ ਜ਼ਿਆਦਾ ਸਪੋਰਟ ਰਹੀ ਹੈ। ਮੇਰੇ ਹਸਬੰਡ ਨੇ ਮੈਨੂੰ ਕਦੀ ਵੀ ਇਹ ਨਹੀਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਮੈਨੂੰ ਇਹ ਕਿਹਾ ਕਿ ਜਿਹੜੇ ਵੀ ਤੇਰੇ ਡ੍ਰੀਮਸ ਨੇ ਤੂੰ ਉਹਨਾਂ ਨੂੰ ਫੋਲੋ ਕਰ, ਫੁੱਲਫਿਲ ਕਰੋ। ਹਾਂ, ਔਰ ਉਹਨਾਂ ਨੇ ਮੈਨੂੰ ਪੂਰੀ ਸਪੋਰਟ ਦਿੱਤੀ ਉਹਦੇ ਵਿੱਚ, ਕਿਉਂਕਿ ਉਹਨਾਂ ਦੇ ਸਾਥ ਤੋਂ ਬਿਨਾਂ ਜਦੋਂ ਆਹ ਕੰਪੀਟੀਸ਼ਨ ਵਾਲੀ ਵੀ ਗੱਲ ਹੋਈ ਹੈ, ਉਹ ਮੇਰੇ ਨਾਲ ਗਏ ਸੀ, ਨਾਲ ਮੇਰੀ ਨਣਦ ਯਾਨੀ ਮੇਰੀ ਸਿਸਟਰ ਇਨ ਲਾ ਤੇ ਉਹ ਵੀ ਨਾਲ ਸੀਗੇ, ਔਰ ਉਹ ਮੈਨੂੰ ਪੂਰਾ ਚੀਅਰ ਕਰ ਰਹੇ ਸੀਗੇ ਜਦੋਂ। ਫਿਰ ਮਤਲਬ ਕਹਿੰਦੇ ਕਿ ਖੁਸ਼ੀਆਂ ਦੀ ਗੱਲ ਹੈ ਕਿ ਜਦ ਤੁਹਾਨੂੰ ਸਪੋਰਟ ਨਹੀਂ ਮਿਲਦੀ ਫਿਰ ਬੰਦਾ ਘੁੱਟਿਆ ਸਹਿਮਿਆ ਜਿਹਾ ਰਹਿੰਦਾ ਹਨਾ। ਤੇ ਸੌਰੀ ਕਿਤੇ ਮੇਰੀ ਪੰਜਾਬੀ ਕਿਤੇ ਜੇ ਹੋਵੇ ਤਾਂ ਤੁਸੀਂ ਮੈਨੂੰ ਕਰੈਕਟ ਕੋਈ ਗੱਲ ਨਹੀਂ, ਨੋ ਪ੍ਰੋਬਲਮ, ਚੱਲਣ ਦਿਓ। ਮੈਂ ਵੀ ਪੰਜਾਬੀ ਇੱਥੇ ਆ ਕੇ ਕੋਈ ਗੱਲ ਨਹੀਂ। ਅੱਛਾ, ਇਹ ਤਾਂ ਇੱਥੇ ਆ ਕੇ ਤੁਹਾਨੂੰ ਖੁਸ਼ੀਆਂ ਵਾਪਸ ਮਿਲ ਗਈਆਂ, ਪਰ ਮੈਨੂੰ ਮਾੜਾ ਪਤਾ ਕਿ ਤੁਸੀਂ ਜਦ ਪੰਜਾਬ 'ਚ ਵੀ ਸੀ ਉੱਥੇ ਵੀ ਕਈ ਸਟੇਜਾਂ ਤੇ ਤੁਸੀਂ ਆਪਣੇ ਤੁਹਾਨੂੰ ਸ਼ੌਂਕ ਇਹ ਤੁਹਾਨੂੰ ਕਦ ਲੱਗਾ ਕਿ ਤੁਸੀਂ ਕਿੰਨੀ ਏਜ ਦੇ ਸੀ ਜਦ ਤੁਹਾਨੂੰ ਲੱਗਾ ਕਿ ਤੁਹਾਨੂੰ ਕਿ ਇਸ ਚੀਜ਼ ਦਾ ਸ਼ੌਂਕ ਆ, ਕਿਹੜੀ ਚੀਜ਼ ਦਾ ਸ਼ੌਂਕ ਪਹਿਲਾਂ ਤੁਹਾਨੂੰ ਸੀਗਾ ਜਿਹੜੀ? ਮੈਂ ਤੁਹਾਨੂੰ ਸੱਚੀ ਗੱਲ ਪੰਜਾਬ ਦੇ ਆਪਾਂ ਹੁਣ ਪੰਜਾਬ 'ਚ ਪਹੁੰਚੇ। ਹਾਂ, ਮੈਂ ਦੁਬਾਰਾ ਬਚਪਨ 'ਚ ਚਲੇ ਨਹੀਂ, ਬਚਪਨ ਦੇ ਵਿੱਚ ਮੈਨੂੰ ਗਿੱਧੇ ਦਾ ਬਹੁਤ ਸ਼ੌਂਕ ਹੁੰਦਾ ਸੀ ਸ਼ੁਰੂ ਤੋਂ। ਈਵਨ ਉਸ ਟਾਈਮ ਤੇ ਸ਼ੌਂਕ ਹੁੰਦਾ ਸੀ ਜਦੋਂ ਮੈਂ ਤੁਹਾਨੂੰ ਕਿਹਾ ਕਿ ਮੈਂ ਬੜੀ ਸ਼ਰਮਾਕਲ ਜਿਹੀ ਹੁੰਦੀ ਸੀਗੀ, ਈਵਨ ਐਟ ਦੈਟ ਟਾਈਮ। ਹਾਂ, ਪਰ ਉਹ ਤੋਂ ਵੀ ਛੋਟੀ ਉਮਰ ਦੇ ਵਿੱਚ ਮੈਨੂੰ ਗਿੱਧੇ ਦਾ ਬਹੁਤ ਸ਼ੌਂਕ ਸੀ, ਮੈਨੂੰ ਬੋਲੀਆਂ ਦਾ ਬਹੁਤ ਸ਼ੌਂਕ ਸੀ। ਪਰ ਜਦੋਂ ਵੀ ਮੈਨੂੰ ਕਿਸੇ ਨੇ ਕਹਿਣਾ ਕਿ ਮਤਲਬ ਛੋਟੀ ਉਮਰ ਦੇ ਵਿੱਚ ਵੀ ਤੂੰ ਬੋਲੀ ਪਾ ਦੇ, ਕੱਲੀ ਕਮਰੇ ਦੇ ਵਿੱਚ ਮੈਂ ਬੜੀਆਂ ਬੋਲੀਆਂ ਪਾ ਲੈਣੀਆਂ, ਪਰ ਕਿਸੇ ਦੇ ਅੱਗੇ ਜਾ ਕੇ ਬਿਲਕੁਲ ਫੂਕ ਨਿਕਲ ਜਾਂਦੀ ਹੁੰਦੀ ਸੀਗੀ। ਤੇ ਪਹਿਲੀ ਵਾਰੀ ਮੈਨੂੰ ਯਾਦ ਹੈ ਕਿ ਮੇਰੀ ਮਿਲਦੀ ਜੁਲਦੀ ਜਿੰਨੇ ਕਿ ਮੈਂ ਤਾਂ ਬਹੁਤ ਸਾਲ ਕੋਈ ਨਿਕਲੇ ਨਹੀਂ ਬਾਥਰੂਮ 'ਚ ਹੀ ਹੁੰਦੇ 15-16 ਸਾਲ ਦੀ ਜਦੋਂ ਮੈਂ ਸੀ ਤੇ ਉਦੋਂ ਕਾਲਜ ਦੇ ਵਿੱਚ ਫਸਟ ਟਾਈਮ ਮੇਰਾ ਦਿਲ ਕੀਤਾ ਕਿ ਮੈਂ ਪਾਰਟਿਸਿਪੇਟ ਕਰਾਂ। ਤੁਸੀਂ ਬਿਲੀਵ ਕਰਿਓ ਕਿ ਉਹਨਾਂ ਨੇ ਜਦੋਂ ਕਿਹਾ ਕਿ ਥੋੜਾ ਜਿਹਾ ਸਾਨੂੰ ਕਰਕੇ ਦਿਖਾਓ, ਮੇਰੇ ਤੋਂ ਕਰ ਹੀ ਨਹੀਂ ਹੋਇਆ। ਦਿਸ ਇਜ਼ ਦਾ ਫਰਸਟ ਈਅਰ ਇਨ ਕਾਲਜ। ਫਿਰ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਰੇ 'ਚ ਟੈਲੈਂਟ ਹੈਗਾ, ਮੈਂ ਕਿਉਂ ਨਹੀਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦੀ। ਤਾਂ ਫਿਰ ਆਈ ਡੋਂਟ ਨੋ ਵਾਟ ਹੈਪਨਡ, ਸਮਥਿੰਗ ਚੇਂਜਡ and I became more confident. I think ਜਦੋਂ 17-18 ਸਾਲ ਦੀ ਮੈਂ ਹੋਈ ਉਸ ਟਾਈਮ ਤੇ ਫਿਰ ਮੈਂ ਗਿੱਧੇ ਦੀ ਟੀਮ ਦੇ ਵਿੱਚ ਜੁਆਇਨ ਕੀਤਾ। ਔਰ ਮੇਰਾ ਉਸ ਟਾਈਮ ਤੇ ਸਾਡੇ ਸਰ ਹੁੰਦੇ ਸੀ ਢਿੱਲੋਂ ਸਰ, ਜਿਹੜੇ ਕਿ ਬਹੁਤ ਵਧੀਆ ਤੁਹਾਨੂੰ ਕੋਚ ਕਰਦੇ ਹੁੰਦੇ ਸੀ, ਤੇ ਕਰਦਿਆਂ within a year I became captain of the team. Wow. From not knowing and doing anything, so ਮੈਨੂੰ ਉੱਥੇ ਜਲੰਧਰ ਦੂਰਦਰਸ਼ਨ ਤੇ ਵੀ ਪਰਫਾਰਮ ਕਰਨ ਦਾ ਮੌਕਾ ਮਿਲਿਆ। ਫਿਰ ਮੈਂ ਟੀਮਾਂ ਦੀ ਤਿਆਰੀ ਵੀ ਕਰਾਉਂਦੀ ਹੁੰਦੀ ਸੀ, ਜਿਹੜੀਆਂ ਨਵੀਆਂ ਕੁੜੀਆਂ ਨੇ ਆਉਣਾ ਕਾਲਜ ਦੇ ਵਿੱਚ, ਉਹਨਾਂ ਨੂੰ ਵੀ ਤਿਆਰੀ ਕਰਾਉਣੀ। ਸੋ ਕਾਫੀ ਕੰਮ ਕੀਤਾ। ਇੱਥੇ ਮੈਂ ਰੂਪ ਜੀ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਜੇ ਮੈਨੂੰ ਹੁਣ ਕਿਹੜੇ ਸਾਲ ਦੀ ਗੱਲ ਕਰ ਰਹੇ ਆਪਾਂ? ਇਹ ਆਪਾਂ ਗੱਲ ਕਰ ਰਹੇ ਹਾਂ ਜੀ 90s ਦੀ, ਯਾਨੀ 91, 92, 93। ਠੀਕ ਹੈ। ਸੋ ਉਸ ਵੇਲੇ ਥੋੜਾ ਜਿਹਾ ਆਈ ਥਿੰਕ ਪੇਰੈਂਟਸ ਵਰ ਮੋਰ ਅੰਡਰਸਟੈਂਡਿੰਗ। ਤੁਹਾਡੀ ਸਾਈਡ ਤੋਂ ਇਦਾਂ ਨਹੀਂ ਸੀ ਪੇਰੈਂਟਸ ਕਹਿੰਦੇ ਕਿ ਉਹ ਕੁੜੀਏ ਨਾ ਤੂੰ ਇਦਾਂ ਦੇ ਕੰਮ ਨਹੀਂ ਕਰਨੇ, ਆਹ ਨਹੀਂ ਕੰਮ ਕਰਕੇ? ਮੇਰੇ ਜਿੱਦਾਂ ਕਿ ਜਦ ਕਿ ਮੈਂ ਜਦ ਢੋਲ ਵਜਾਉਣ ਲੱਗਾ ਕਿ ਮੇਰੇ ਸਾਈਡ ਦੇ ਵਿੱਚ ਉਹ ਤਾਂ ਕਹਿੰਦੇ ਨਹੀਂ